बादल होना का तुसीं जिक्र लगातार करते रहे हो कि ये लड़ाइयाँ दूर हो सकती है, मन मुटाव जोड़े हुए या हम तक लकीर ही इन्नी लंबी खिंची जा चुकी है कि दूर नहीं हो सकती। मतभेद हो सकते हैं लेकिन अपने ही अपने कांग्रेस को हराते हैं, ऐसे कुछ साथी है इकट्ठे हो सकते मनप्रीत बादल के राजा बने औखा है इकट्ठे आने वाले समय इहो ਜਿਹੇ ਜਿਹੜੇ गदार लोग ने ਜਾਂ ਇਹੋ ਜਿਹੇ ਮਾੜੇ ਲੋਕ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਿਸ਼ਤਾ ਖੋਣਾ ਚਾਹੀਦਾ। ਹੁਣ ਤੱਕ ਦੱਸੀਆਂ ਨਹੀਂ ਇਹ ਗੱਲਾਂ ਕਿਉਂਕਿ ਤੁਸੀਂ ਪੂਰੀ ਕੈਂਪੇਨਿੰਗ ਕੀਤੀ ਔਰ ਬੜਾ ਜ਼ੋਰ ਲੱਗਿਆ ਸੀ ਬਠਿੰਡਾ ਦੇ ਵਿੱਚ ਵੀ ਤੁਸੀਂ ਪੂਰੀ ਟੱਕਰ ਦਿੱਤੀ ਔਰ ਜਿਸ ਤਰੀਕੇ ਨਾਲ ਤੁਸੀਂ ਪ੍ਰਚਾਰ ਕਰਦੇ ਰਹੇ ਉਸ ਤੋਂ ਬਾਅਦ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਕਾਂਗਰਸੀ ਹੀ ਕਾਂਗਰਸ ਨੂੰ ਹਰਾਉਣਗੇ। ਕਾਂਗਰਸ ਦੇ ਕਈ ਵੱਡੇ ਚਿਹਰੇ ਇਸ ਗੱਲ ਦਾ ਜ਼ਿਕਰ ਕਰਦੇ ਆ। ਠੀਕ ਲੱਗਦੀ ਹੈ ਰਾਜਾ ਵੜਿੰਗ ਨੂੰ? ਹੁਣ ਵੀ ਕਈ ਵੱਡੇ ਲੋਕ ਹਰਾਉਣਾ ਚਾਹੁੰਦੇ ਆ ਮੈਨੂੰ, ਜਿਨ੍ਹਾਂ ਦੀਆਂ ਅੱਖਾਂ 'ਚ ਮੈਂ ਰੜਕਦਾ। ਕਿਹੜੇ ਕਿਹੜੇ ਚੈਲੰਜ ਨੇ ਰਾਜਾ ਵੜਿੰਗ ਨੂੰ ਹਰਾਉਣ ਲਈ? ਕਿਹਦਾ ਜ਼ੋਰ ਲੱਗਿਆ ਹੋਇਆ? ਸਾਰੇ ਬਾਦਲ ਵੀ ਉਹਨਾਂ ਦੇ ਵਿੱਚ ਪਤਾ ਨਹੀਂ, ਮੈਂ ਕਿਹਾ ਸਾਰੇ ਬਾਦਲ ਹੋਣਾ ਨਾ ਕਦੇ ਸੁਲਾਹ ਸਫਾਈਆਂ ਕਦੇ ਕੁਝ ਹੋ ਸਕਦਾ ਹੈ ਕਿ ਨਹੀਂ? ਕਿਉਂਕਿ ਉਹਨਾਂ ਨੂੰ ਤਾਂ ਡਾਇਰੈਕਟ ਅਟੈਕ ਕਰਦੇ ਰਹੇ। ਉਹ ਕਹਿੰਦੇ ਕਿ ਲਾਲ ਡੈਰੀ 'ਚ ਨਾਮ ਲਿਖਿਆ ਹੈ ਰਾਜਾ। ਅਕਾਲੀਆਂ ਦੀਆਂ ਬੱਸਾਂ ਤੇ ਕਾਰਵਾਈ ਕਰੀ, ਕਾਂਗਰਸੀਆਂ ਦੀਆਂ ਤੇ ਤਾਂ ਕਰੀ ਨਹੀਂ, ਕਹਿੰਦੇ ਨਾ ਤਾਂ ਕਰਤਾਰ ਵਾਲਿਆਂ ਤੇ ਕਰੀ ਹੈ ਨਾ ਕਿ ਢਿੱਲੋਂ ਹੋਣਾ ਤੇ ਕਰੀ। ਖੁਦ ਚੋਰ ਵਿਅਕਤੀ ਗਲਤ ਬੰਦਾ ਇਹ ਦੱਸੇ ਕਿ ਮੈਂ ਚੋਰ ਘੱਟ ਹੈ ਫਲਾਣਾ ਚੋਰ ਵੱਧ ਹੈ। ਜਾਨਾ ਭਰੇਗਾ ਕਦੇ? ਖਜ਼ਾਨੇ ਭਰਨ ਨੂੰ ਕੀ ਹੈ? ਖਜ਼ਾਨਾ ਤਾਂ ਇੱਕ ਦਿਨ 'ਚ ਭਰਿਆ ਜਾ ਸਕਦਾ ਹੈ। ਫਾਈਨੈਂਸ ਮਿਨਿਸਟਰ ਹਰ ਵਾਰ ਕਹਿੰਦੇ ਆ ਕਿ ਖਜ਼ਾਨਾ ਖਾਲੀ। ਬੰਦੇ 'ਚ ਦਮ ਹੋਣਾ ਚਾਹੀਦਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੜਾਈ ਸੁਖਬੀਰ ਬਾਦਲ ਹੋਣਾ ਦੇ ਨਾਲ ਡਾਇਰੈਕਟ ਹੋ ਗਈ ਔਰ ਇਹ ਲੜਾਈ ਸ਼ੁਰੂ ਕਿਉਂ ਹੋਈ? ਕਿਹੜੀ ਗੱਲ ਨੂੰ ਲੈ ਕੇ? ਬੜਾ ਸਿੱਧਾ ਕਹਿੰਦੇ ਕਿ ਜਦੋਂ ਤਾਂ ਲੋੜ ਸੀਗੀ ਵੜਿੰਗ ਹੁਣੀ ਪਾਵਰ ਦੇ ਵਿੱਚ ਨਹੀਂ ਸੀ ਉਸ ਤਾਂ ਕਹਿੰਦੇ ਪੈਰੀ ਪੈ ਗਏ ਔਰ ਹੁਣ ਜਦੋਂ ਪਾਵਰ ਆਈ ਹੈ ਤਾਂ ਦੇਖੋ ਕੀ ਕਰਦੇ ਆ। ਕਹਿੰਦੇ ਵੈਂਡੇਟਾ ਪੋਲਿਟਿਕਸ ਬਾਦਲ ਨੇ ਅਨਾਉਂਸ ਕਰਦੇ ਆ ਇਹ ਸ਼ਬਦ ਕਹੇ ਕਿ ਨਵਜੋਤ ਸਿੰਘ ਸਿੱਧੂ ਤਕੜਾ ਹੋ ਜੇ, ਮਜੀਠੀਆ ਮਾਝੇ ਦਾ ਸ਼ੇਰ ਆ ਰਿਹਾ ਸਿੱਧੂ ਦੇ ਖਿਲਾਫ ਚੋਣ ਲੜਨ ਵਾਸਤੇ। ਲੱਗ ਜੂਗਾ ਪਤਾ ਸ਼ੇਰ ਹੈ ਕਿ ਬੱਕਰੀ ਹੈ। ਇੱਥੋਂ ਤੁਸੀਂ ਇਲੈਕਸ਼ਨ ਹੁਣ ਫਿਰ ਲੜ ਰਹੇ ਹੋ। ਇੱਥੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਕਰੀਅਰ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤਦੇ ਰਹੇ, ਮਨਪ੍ਰੀਤ ਬਾਦਲ ਹੋਣੀ ਵੀ, ਤੁਸੀਂ ਹੋ ਇੱਥੋਂ। ਪਰ ਇਹ ਇਲਾਕਾ ਪਿਛੜਿਆ ਹੋਇਆ ਕਿਉਂ ਆ? ਇੰਨੇ ਵੱਡੇ ਵੱਡੇ ਚਿਹਰੇ ਗਿੱਦੜਬਾਈ ਤੋਂ ਹੋ ਕੇ ਇਸ ਦੇ ਬਾਵਜੂਦ ਵੀ ਹਲਕੇ ਦਾ ਉਹ ਕਿਉਂ ਨਹੀਂ ਨੁਹਾਰ ਬਦਲੀ ਜਾ ਸਕਦੀ? ਇਹ ਚੀਜ਼ਾਂ ਦਾ ਮਲਾਲ ਰਹਿ ਗਿਆ ਰਾਜਾ ਵੜਿੰਗ ਉਹਨਾਂ ਨੂੰ ਵੀ ਆਹ ਕੰਮ ਹੋਣੇ ਚਾਹੀਦੇ ਸੀ ਔਰ ਟਰਾਂਸਪੋਰਟ ਮਿਨਿਸਟਰ ਰਾਜਾ ਵੜਿੰਗ ਨਹੀਂ ਕਰ ਸਕਦੇ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧੀਆਂ ਹੋਈਆਂ ਨੇ। ਕਾਂਗਰਸ ਦੇ ਸਾਹਮਣੇ ਕਈ ਚੈਲੰਜ ਨੇ। ਇੱਕ ਚੈਲੰਜ ਕੈਪਟਨ ਅਮਰਿੰਦਰ ਸਿੰਘ ਵੀ ਨੇ ਜਿਹੜੇ ਲਗਾਤਾਰ ਹਰ ਭਾਸ਼ਣ ਦੇ ਵਿੱਚ ਦਾਅਵਾ ਕਰਦੇ ਆ ਕਿ ਇਸ ਵਾਰ ਮੈਂ ਕਾਂਗਰਸ ਨੂੰ ਹਰਾਉਣਾ। ਪਰ ਕਾਂਗਰਸ ਦੇ ਵੱਡੇ ਚਿਹਰੇ ਲਗਾਤਾਰ ਜ਼ੋਰ ਲਾ ਰਹੇ ਆ ਔਰ ਦਾਅਵੇ ਹੈ ਕਿ ਸਰਕਾਰ ਦੁਬਾਰਾ ਕਾਂਗਰਸ ਬਣਾਏਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦਾ ਵੱਡਾ ਚਿਹਰਾ ਤੇ ਟਰਾਂਸਪੋਰਟ ਮੰਤਰੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਰਾਜਾ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਦੀ। ਧੰਨਵਾਦ ਜੀ, ਬਹੁਤ ਬਹੁਤ। ਕੈਂਪੇਨਿੰਗ ਕਿਸ ਤਰ੍ਹਾਂ ਚੱਲ ਰਹੀ ਹੈ? ਪਹਿਲਾ ਸਵਾਲ ਤਾਂ ਇਹੀ ਹੈ। ਵਾਹਿਗੁਰੂ ਦੀ ਬਹੁਤ ਕਿਰਪਾ ਹੈ। ਤੁਸੀਂ ਦੇਖ ਕੇ ਆਏ ਹੋ ਕੈਂਪੇਨਿੰਗ ਕਿੱਦਾਂ ਚੱਲਦੀ ਹੈ। ਅੱਜ ਵੀ 10 ਸਾਲਾਂ ਬਾਅਦ ਗਿੱਦੜਬਾਹਾ ਦੇ ਲੋਕਾਂ 'ਚ ਉਤਸ਼ਾਹ ਦੇ ਨਾਲ ਬਹੁਤ ਪਿਆਰ ਤੇ ਆਸ਼ੀਰਵਾਦ ਦੇ ਰਹੇ ਨੇ। ਤੁਹਾਡਾ ਪੂਰਾ ਪਰਿਵਾਰ ਲੱਗਿਆ ਹੋਇਆ, ਟੱਬਰ ਲੱਗਿਆ ਹੋਇਆ, ਬੇਟੀ ਤਾਂ ਰਾਜਾ ਵੜਿੰਗ ਤੋਂ ਵੀ ਅੱਗੇ ਨਿਕਲੀ ਹੋਈ ਹੈ। ਚੰਗੀ ਗੱਲ ਹੈ, ਬਾਪ ਨੂੰ ਖੁਸ਼ੀ ਹੁੰਦੀ ਹੈ ਜੇ ਉਹਦਾ ਬੱਚਾ ਉਹਦੇ ਤੋਂ ਅੱਗੇ ਨਿਕਲ ਜੇ। ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਆਦਮੀ ਹੋਰ ਕੋਈ ਅੱਗੇ ਲੰਘ ਜੇ ਤਾਂ ਉਹਨੂੰ ਜੈਲਸੀ ਹੁੰਦੀ ਹੈ, ਲੇਕਿਨ ਜਦੋਂ ਧੀ ਪੁੱਤ ਅੱਗੇ ਨਿਕਲ ਜਾਣ ਤੇ ਮੈਂ ਤਾਂ ਇਹ ਚਾਹੁੰਦਾ, ਮੇਰੀ ਇੱਛਾ ਕਿ ਮੈਂ ਆਪਦੀ ਬੇਟੀ ਦੇ ਨਾਮ ਨਾਲ ਜਾਂ ਬੇਟੇ ਦੇ ਨਾਮ ਨਾਲ ਜਾਣਿਆ ਜਾਵਾਂ। ਐਮਪੀ ਇਲੈਕਸ਼ਨ ਹਾਰ ਗਈ ਸੀ, ਉਸ ਚੀਜ਼ ਨੂੰ ਲੈ ਕੇ ਸਮੀਖਿਆ ਹੋਈ ਕਿ ਜਿਹੜੇ ਚੈਲੰਜ ਤੁਸੀਂ ਹਰ ਭਾਸ਼ਣ ਦੇ ਵਿੱਚ ਜ਼ਿਕਰ ਕਰਦੇ ਹੋ ਕਿ ਆਪਦਿਆਂ ਨੇ ਰਗੜਾ ਲਾਤਾ ਸੀ, ਉਹ ਚੀਜ਼ਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਸਕਦੀਆਂ? ਹਾਂਜੀ, ਸਮੀਖਿਆ ਕੀਤੀ, ਕਈ ਪਹਿਲੂ ਸਨ ਐਂਡ ਜਨਤਾ ਜਾਣਦੀ ਹੈ ਮੈਂ ਕਿਉਂ ਹਾਰ ਗਿਆ। ਹੁਣ ਵੀ ਕਈ ਵੱਡੇ ਲੋਕ ਹਰਾਉਣਾ ਚਾਹੁੰਦੇ ਆ ਮੈਨੂੰ, ਜਿਨ੍ਹਾਂ ਦੀਆਂ ਅੱਖਾਂ 'ਚ ਮੈਂ ਰੜਕਦਾ ਹਾਂ, ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹਦਾ ਸਿਆਸੀ ਕੈਰੀਅਰ ਸਾਡੇ ਨਾਲੋਂ ਵੱਡਾ ਹੋ ਗਿਆ ਜਾਂ ਇਹ ਕੱਲ੍ਹ ਨੂੰ ਸਾਨੂੰ ਥ੍ਰੈਟ ਹੋ ਸਕਦਾ ਹੈ। ਉਹ ਲੋਕ ਮਗਰ ਪਏ ਵੇ ਹੈ। ਗਿੱਦੜਬਾਹਾ ਦੇ ਲੋਕ ਇਸ ਗੱਲ ਨੂੰ ਜਾਣਦੇ ਹੈ, ਪੂਰੇ ਪੰਜਾਬ ਦੇ ਜਾਣਦੇ ਆ, ਬਟ ਕੋਈ ਫਰਕ ਨਹੀਂ ਪਏਗਾ। ਮੈਨੂੰ ਉਮੀਦ ਹੈ ਵਾਹਿਗੁਰੂ ਕਿਰਪਾ ਕਰੇਗਾ ਐਂਡ ਜਿੱਤ ਹਾਸਲ ਹੋਏਗੀ। ਮਨਪ੍ਰੀਤ ਬਾਦਲ ਹੋਣਾ ਦਾ ਤੁਸੀਂ
ਜ਼ਿਕਰ ਲਗਾਤਾਰ ਕਰਦੇ ਰਹੇ ਹੋ ਕਿ ਇਹ ਲੜਾਈਆਂ ਦੂਰ ਹੋ ਸਕਦੀ ਹੈ, ਮਨਮੁਟਾਵ ਜਿਹੜੇ ਹੋਏ ਜਾਂ ਹੁਣ ਤਾਂ ਲਕੀਰ ਹੀ ਇੰਨੀ ਲੰਬੀ ਖਿੱਚੀ ਜਾ ਚੁੱਕੀ ਹੈ ਕਿ ਦੂਰ ਨਹੀਂ ਹੋ ਸਕਦੀਆਂ, ਇਕੱਠੇ ਨਹੀਂ ਹੋ ਸਕਦੇ, ਕਦੇ ਇਕੱਠੇ ਹੋ ਸਕਦੇ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ? ਪਤਾ ਨਹੀਂ, ਇਹ ਤਾਂ ਕਿਉਂਕਿ ਸਮਾਂ ਹੀ ਦੱਸਦਾ ਕਿ ਇਹ ਸਮਾਂ ਐਸਾ ਸਮਾਂ ਬੜਾ ਬਲਵਾਨ ਹੁੰਦਾ ਹੈ, ਲੇਕਿਨ ਔਖਾ ਹੈ ਇਕੱਠੇ ਹੋਣਾ। ਕੀ ਲੱਗਦਾ ਮਨਪ੍ਰੀਤ ਬਾਦਲ ਹੋਣਾ ਦਾ? ਮਤਲਬ ਮਨਪ੍ਰੀਤ ਬਾਦਲ ਹੋਣਾ ਨੂੰ ਲੈ ਕੇ ਤੁਸੀਂ ਪ੍ਰਚਾਰ ਵੀ ਕਰ ਰਹੇ ਸੀ, ਮੈਂ ਸੁਣ ਰਿਹਾ ਸੀਗਾ ਪ੍ਰਚਾਰ ਦੇ ਵਿੱਚ ਹੀ ਤੁਸੀਂ ਕਿਹਾ ਕਿ ਆਪਣਿਆਂ ਨੇ ਅੜਿੱਕਾ ਡਾ ਦਿੱਤਾ ਸੀਗਾ, ਨਹੀਂ ਤਾਂ ਉੱਥੇ ਵੀ ਤੁਸੀਂ ਹਰਸਿਮਰਤ ਬਾਦਲ ਹੋਣਾ ਨੂੰ ਹਰਾ ਦੇਣਾ ਸੀ, ਇਸ ਚੀਜ਼ ਦਾ ਜ਼ਿਕਰ ਕਰ ਰਹੇ ਸੀਗੇ। ਔਰ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਤੁਸੀਂ ਕਿਹਾ ਕਿ ਬੇੜੀ ਪਾਰ ਲਾ ਦੇਵੋਗੇ। ਉਹਨਾਂ ਦਾ ਕੀ ਲੱਗਦਾ ਦੂਸਰੇ ਬੰਨੇ, ਉਹਨਾਂ ਦੀ ਕੈਂਪੇਨਿੰਗ ਬਾਰੇ ਵੀ ਪਤਾ ਕਰਿਆ ਕਿ ਨਹੀਂ? ਨਹੀਂ, ਮੈਨੂੰ ਕੁਝ ਨਹੀਂ ਪਤਾ ਉਹਦੇ ਬਾਰੇ। ਮੈਂ ਤਾਂ ਇਹ ਕਹਿਣਾ ਕਿ ਪੰਜਾਬ 'ਚ ਜਿੱਥੇ ਵੀ ਕਾਂਗਰਸ ਪਾਰਟੀ ਦਾ ਉਮੀਦਵਾਰ ਖੜਾ ਹੈ ਉਹਨੂੰ ਕਾਂਗਰਸੀਆਂ ਨੂੰ ਜਿਤਾਉਣਾ ਚਾਹੀਦਾ ਹੈ, ਕਿਉਂਕਿ ਬੇਸ਼ੱਕ ਸਾਡੇ ਮਤਭੇਦ ਹੋਣ, ਇਹ ਲੜਾਈ ਬਾਅਦ 'ਚ ਲੜੀ ਜਾ ਸਕਦੀ ਹੈ, ਲੇਕਿਨ ਹੁਣ ਮੇਰਾ ਫਰਜ਼ ਬਣਦਾ ਹੈ ਕਿਉਂਕਿ ਮੈਂ ਉਸ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਜਿਹਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਇਹ ਕੁਝ ਚੰਦ ਲੋਕ ਜਿਹੜੇ ਇੱਧਰੋਂ ਉੱਧਰੋਂ ਆਉਂਦੇ ਹੈ, ਉਹਨਾਂ ਨੂੰ ਉਹ ਹੀ ਐਸੀਆਂ ਗੜਬੜ ਕਰਦੇ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ। ਮੈਨੂੰ ਲੱਗਦਾ ਆਪਦੀ ਮਾਂ ਨਾਲ ਧੋਖਾ ਕਰਨਾ, ਆਪਦੀ ਪਾਰਟੀ ਨਾਲ ਧੋਖਾ ਕਰਨਾ ਇੱਕ ਬਰਾਬਰ ਹੈ। ਮਤਭੇਦ ਹੋ ਸਕਦੇ ਹੈ, ਲੇਕਿਨ ਆਪਣੇ ਹੀ ਆਪਣੇ ਕਾਂਗਰਸ ਨੂੰ ਹਰਾਉਂਦੇ ਹੈ ਐਸੇ ਕੁਝ ਸਾਥੀ ਹੈ। ਪਰਮਾਤਮਾ ਕਿਰਪਾ ਕਰੇ ਕਿ ਉਹਨਾਂ ਦੀ ਇਹ ਚਾਲ ਕਾਮਯਾਬ ਨਾ ਹੋਵੇ, ਲੇਕਿਨ ਇਹਦੀ ਸਮੀਖਿਆ ਕਰਨ ਦੀ ਲੋੜ ਪਾਰਟੀ ਨੂੰ ਜ਼ਰੂਰ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਜਿਹੜੇ ਗਦਾਰ ਲੋਕ ਨੇ ਜਾਂ ਇਹੋ ਜਿਹੇ ਮਾੜੇ ਲੋਕ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ। ਤੁਸੀਂ ਹਾਈ ਕਮਾਂਡ ਤੱਕ ਦੱਸੀਆਂ ਨਹੀਂ ਇਹ ਗੱਲਾਂ, ਕਿਉਂਕਿ ਤੁਸੀਂ ਪੂਰੀ ਕੈਂਪੇਨਿੰਗ ਕੀਤੀ ਔਰ ਬੜਾ ਜ਼ੋਰ ਲੱਗਿਆ ਸੀ ਬਠਿੰਡਾ ਦੇ ਵਿੱਚ ਵੀ, ਤੁਸੀਂ ਪੂਰੀ ਟੱਕਰ ਦਿੱਤੀ ਔਰ ਜਿਸ ਤਰੀਕੇ ਨਾਲ ਤੁਸੀਂ ਪ੍ਰਚਾਰ ਕਰਦੇ ਰਹੇ ਔਰ ਉਸ ਤੋਂ ਬਾਅਦ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਦੇਖੋ, ਦੱਸਣ ਦਸਾਉਣ ਦਾ ਨਹੀਂ ਹੁੰਦਾ, ਕੰਨ 'ਤੇ ਲਿਖੀਆਂ ਗੱਲਾਂ ਹੁੰਦੀਆਂ, ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕੀ ਹੋਇਆ ਹੈ। ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਕੀ ਹੋਇਆ, ਮੈਂ ਤਾਂ ਕਿਸੇ 'ਤੇ ਇਲਜ਼ਾਮਤ ਲਾ ਹੀ ਨਹੀਂ ਰਿਹਾ। ਮੈਂ ਤਾਂ ਕਹਿੰਦਾ ਕਿ ਮੇਰੀ ਕਿਸਮਤ 'ਚ ਹਾਰ ਸੀ, ਮੈਨੂੰ ਮਿਲ ਗਈ ਹੈ, ਲੇਕਿਨ ਜਨਤਾ ਜਾਣਦੀ ਹੁੰਦੀ ਹੈ ਅਸਲ ਵਿੱਚ ਕੀ ਹੋਇਆ। ਮੈਂ ਤਾਂ ਕਿਸੇ ਬਾਰੇ ਕੁਝ ਨਹੀਂ ਕਹਿ ਰਿਹਾ, ਤੁਸੀਂ ਆਲ ਆਫ ਆਪ ਹੀ ਕਹਿ ਰਹੇ ਹੋ, ਵਾਰ-ਵਾਰ ਉਹਨਾਂ ਦਾ ਜ਼ਿਕਰ ਕਰ ਰਹੇ ਹੋ। ਇਹ ਜਨਤਾ ਕਹਿੰਦੀ ਹੈ, ਨਾਟ ਰਾਜਾ ਵੜਿੰਗ ਕਹਿੰਦਾ। ਕਾਂਗਰਸ ਕਹਿੰਦੀ ਕਿ ਕਾਂਗਰਸੀ ਹੀ ਕਾਂਗਰਸ ਨੂੰ ਹਰਾਉਣਗੇ, ਕਾਂਗਰਸ ਦੇ ਕਈ ਵੱਡੇ ਚਿਹਰੇ ਇਸ ਗੱਲ ਦਾ ਜ਼ਿਕਰ ਕਰਦੇ ਆ। ਠੀਕ ਲੱਗਦੀ ਹੈ ਰਾਜਾ ਵੜਿੰਗ ਹੁਣਾਂ ਨੂੰ ਇਹ ਗੱਲ? ਦੇਖੋ ਜੀ, ਕੋਸ਼ਿਸ਼ ਕਰਦਾ ਬੰਦਾ, ਹਾਰ ਜਿੱਤ ਤਾਂ ਫਿਰ ਥੋੜੀ ਕਿਸਮਤ ਦੀ ਹੈ, ਤੁਹਾਡੀ ਮਿਹਨਤ ਦੀ ਹੈ, ਪਰ ਬੰਦਾ ਜੇ ਕੋਈ ਇਹੋ ਜਿਹੀ ਕੰਮ ਕਰਦੇ ਹੈ, ਕੁਝ ਲੋਕ ਹੈਗੇ ਇਹੋ ਜਿਹੇ ਜਿਹਨਾਂ ਨੂੰ ਆਦਤ ਹੁੰਦੀ ਹੈ, ਸੋ ਮੈਨੂੰ ਲੱਗਦਾ ਇਹ ਕੋਈ ਉਹਨਾਂ ਵਾਸਤੇ ਬਹੁਤੀ ਚੰਗੀ ਗੱਲ ਨਹੀਂ, ਇਹ ਮਾੜੀ ਗੱਲ ਹੈ। ਜੇ ਰਾਜਾ ਵੜਿੰਗ ਲਈ ਕਿਹੜੇ ਚੈਲੰਜ ਨੇ? ਰਾਜਾ ਵੜਿੰਗ ਨੂੰ ਹਰਾਉਣ ਲਈ ਕਿਹਦਾ ਜ਼ੋਰ ਲੱਗਿਆ ਹੋਇਆ, ਕੀ ਸਮੀਖਿਆ ਕੀਤੀ ਇਸ ਚੀਜ਼ ਨੂੰ ਲੈ ਕੇ? ਸਾਰੇ ਬਾਦਲ ਮਨਪ੍ਰੀਤ ਬਾਦਲ ਵੀ ਨੇ ਉਹਨਾਂ ਦੇ ਵਿੱਚ? ਪਤਾ ਨਹੀਂ, ਮੈਂ ਕਿਹਾ ਸਾਰੇ ਬਾਦਲ, ਟੋਟਲ ਬਾਦਲ, ਬਾਦਲ ਤਾਂ ਵੈਸੇ ਸਾਰੇ ਹੀ ਆ ਜਾਂਦੇ, ਵੱਡਾ ਛੋਟਾ। ਸਾਰੇ ਬਾਦਲ। ਸੁਖਬੀਰ ਬਾਦਲ ਹੁਣਾਂ ਨਾਲ ਕਦੇ ਸੁਲ੍ਹਾ ਸਫਾਈਆਂ, ਕਦੇ ਕੁਝ ਹੋ ਸਕਦਾ ਹੈ ਕਿ ਨਹੀਂ? ਕਿਉਂਕਿ ਉਹਨਾਂ ਨੂੰ ਤਾਂ ਡਾਇਰੈਕਟ ਅਟੈਕ ਕਰਦੇ ਰਹੇ, ਉਹ ਕਹਿੰਦੇ ਕਿ ਲਾਲ ਡਾਇਰੀ 'ਚ ਨਾਮ ਲਿਖਿਆ ਹੋਇਆ ਰਾਜਾ ਵੜਿੰਗ ਹੁਣਾਂ ਦਾ ਵੀ, ਹੋਰ ਵੀ ਬਹੁਤ ਸਾਰੇ ਲੋਕਾਂ ਦਾ। ਚਲੋ, ਪਰਮਾਤਮਾ ਕਿਰਪਾ ਕਰੇ ਉਹਨੂੰ ਕਦੇ ਮੌਕਾ ਹੀ ਨਾ ਮਿਲੇ ਆਪਦੀ ਲਾਲ ਡਾਇਰੀ ਖੋਲ੍ਹਣ ਦਾ। ਔਰ ਕਹਿੰਦੇ ਸਰਕਾਰ ਬਣਨ ਜਾ ਰਹੀ ਹੈ। ਕੋਈ ਗੱਲ ਨਹੀਂ, ਉਹ ਤਾਂ ਬਹੁਤ ਕੁਝ ਕਹਿੰਦੇ ਸੀ, ਉਹ ਤਾਂ 25 ਸਾਲ ਰਾਜ ਵੀ ਕਹਿੰਦੇ ਸੀ। ਸਰਕਾਰ ਬਣ ਨਹੀਂ ਜਾ ਰਹੀ, ਪਾਰਟੀ ਟੁੱਟਣ ਜਾ ਰਹੀ ਹੈ, ਪਾਰਟੀ ਖਤਮ ਹੋਣ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ। ਔਰ ਪਰ ਉਹ ਤਾਂ ਬੜੇ ਕੌਨਫੀਡੈਂਟ ਹੋ ਕੇ ਕਹਿ ਰਹੇ ਨੇ ਕਿ ਇਸ ਵਾਰ ਮੁੱਖ ਮੰਤਰੀ ਹਾਂ ਮੈਂ। ਉਹ ਭਾਈ, ਮੈਂ ਕਿਹਾ ਉਹਦੇ ਕਹਿਣ ਨਾਲ ਕੋਈ ਬਣਦਾ ਨਹੀਂ। ਅੱਜ ਇਹ ਪੰਜਾਬ 'ਚ ਇੱਕ ਮੋਹਰ ਲੱਗ ਚੁੱਕੀ ਹੈ ਕਿ ਸਭ ਤੋਂ ਅਗਰ ਕੋਈ ਝੂਠਾ ਵਿਅਕਤੀ ਹੈ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਉਹਨਾਂ ਦੀ ਗੱਲ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ ਬ੍ਰਦਰ। ਉਹ ਹਰ ਚੀਜ਼ ਉਹ ਤਾਂ ਕਹਿ ਦਿੰਦੇ ਕਿ ਮੈਂ ਪਾਣੀ 'ਚ ਬੱਸਾਂ ਵੀ ਚਲਾ ਦੂੰਗਾ, ਬੰਬ ਮਾਰ ਕੇ ਵੇਖ ਲਓ ਮੇਰੀਆਂ ਸੜਕਾਂ 'ਤੇ। ਸੋ ਉਹਨਾਂ ਨੂੰ ਕਦੇ ਲੋਕਾਂ ਨੇ ਸੀਰੀਅਸ ਲਿਆ ਨਹੀਂ। ਲਾਈ ਡਾਇਰੀ ਹੈ, ਮੈਂ ਉਠਾ ਦੂੰਗਾ, ਚੱਕ ਦੂੰਗਾ। ਕਦੇ ਸੁਖਬੀਰ ਸਿੰਘ ਬਾਦਲ ਨੇ ਵਿਜ਼ਨ ਤਾਂ ਦਿੱਤਾ ਹੀ ਨਹੀਂ, ਮੈਂ ਟਰੱਕ ਭਰ ਕੇ ਨੋਟਾਂ ਦਾ ਲਿਆਉਂਗਾ, ਬੋਰੀ ਲਾ ਲਿਆ ਕਰੋ ਜੋ। ਇਹ ਨੌਨ ਸੀਰੀਅਸ ਲੋਕ ਇੰਨੇ ਵੱਡੇ ਅਹੁਦਿਆਂ 'ਤੇ ਰਹਿ ਕੇ ਇਹਨਾਂ ਨੇ ਹਮੇਸ਼ਾ ਨੌਨ ਸੀਰੀਅਸ ਗੱਲਾਂ ਕੀਤੀਆਂ। ਸੋ ਸੁਖਬੀਰ ਸਿੰਘ ਬਾਦਲ ਦਾ ਅੱਜ ਦੀ ਪੰਜਾਬ ਪੋਲਿਟਿਕਸ ਦੇ ਵਿੱਚ ਕੋਈ ਵਜੂਦ ਨਹੀਂ। ਸਾਰੇ ਹੀ ਅਕਾਲੀ ਟਾਰਗੇਟ ਰਾਜਾ ਵੜਿੰਗ ਨੂੰ ਨਾਮ ਲੈ ਕੇ ਕਰਦੇ, ਉਹ ਕਹਿੰਦੇ ਕਿ ਸਰਕਾਰ ਆ ਜੇ ਫਿਰ ਤਾਂ ਚੀਕਾਂ ਕਢਾ ਦੇਣੀਆਂ। ਜਦੋਂ ਮਾਲਕ ਨਾਲ ਰੌਲਾ ਪਿਆ ਹੋਵੇ, ਫਿਰ ਜਿਹੜਾ ਉਹਦਾ ਕਰਿੰਦੇ ਹੁੰਦੇ ਆ ਉਹ ਚੀਕਾਂ ਮਾਰਦੇ ਹੁੰਦੇ ਆ, ਉਹ ਫਿਰ ਜਾਣ ਕੇ ਨੰਬਰ ਬਣਾਉਣ ਦੇ ਬਾਰੇ ਕਰਦੇ ਆ। ਜਦੋਂ ਮਾਲਕ ਨਾਲ ਰੌਲਾ ਹੈ, ਸੁਖਬੀਰ ਸਿੰਘ ਨਾਲ ਬਾਦਲ ਨਾਲ ਰੌਲਾ ਹੈ, ਤੇ ਫਿਰ ਨੀਚੇ ਜਿਹੜੇ ਉਹਦੇ ਕਰਿੰਦੇ ਹੈ ਜਾਂ ਕਾਮੇ ਆ ਉਹਦੇ, ਉਹਨਾਂ ਨਾਲ ਤਾਂ ਰੌਲਾ ਆਪ ਹੀ ਰਹਿਣਾ। ਰੌਲਾ ਹੋਰ ਜ਼ਿਆਦਾ ਵੱਧ ਗਿਆ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ।
ਬਿਲਕੁਲ 100%। ਤੁਸੀਂ ਦੇਖ ਲਓ ਕਿਸੇ ਆਮ ਜੱਟ ਦਾ ਸਕੂਟਰ ਫੜਿਆ ਜਾਵੇ, ਰਾਤ ਨੂੰ ਪੁਲਿਸ ਫੜ ਕੇ ਅੰਦਰ ਦੇ ਦੇ, ਰਾਤ ਨੂੰ ਸਾਰੀ ਰਾਤ ਜੱਟ ਕੁਲਜੀ ਜਾਂਦਾ ਹੈ ਤੇ ਚੀਕਾਂ ਮਾਰਦਾ ਹੀ ਮੇਰਾ ਮੇਰਾ ਮੋਟਰਸਾਈਕਲ ਕਿਵੇਂ ਫੜਿਆ, ਪਰੇਸ਼ਾਨ ਰਹਿੰਦਾ। ਤੇ ਮੈਂ ਤਾਂ 75 ਦਿਨਾਂ 'ਚ 72 ਬੱਸਾਂ ਫੜੀਆਂ ਸੁਖਬੀਰ ਬਾਦਲ ਦੀਆਂ, 72 ਬੱਸਾਂ ਠਾਣਿਆਂ 'ਚ, ਜਿਹਨੇ ਕਲਪਨਾ ਨਹੀਂ ਕੀਤੀ ਸੀ ਕਿ ਮੇਰੀ ਕੋਈ ਬੱਸ ਫੜ ਸਕਦਾ ਹੈ। ਉਹਨੇ ਆਖਿਆ ਇਹ ਵੀ ਦੇਖਣੇ ਪੈਣਗੇ ਬੱਸ ਫੜ ਰਿਹਾ ਹੈ, ਤੇ ਫਿਰ ਮੈਂ ਚੀਕਾਂ ਮਾਰ ਰਿਹਾ, ਆਰਟੀਓਜ਼ ਨੂੰ ਫੋਨ ਕਰ ਰਿਹਾ ਹੈ ਤੇ ਆਰਟੀਓ ਬੱਸ ਨਹੀਂ ਛੱਡ ਰਿਹਾ। ਸੋ ਇਹ ਦਿਨ ਵੇਖਣੇ ਪਏ ਉਹਨੂੰ ਇਸ। ਔਰ ਮੈਂ ਕੋਈ ਗਲਤ ਬੱਸਾਂ ਨਹੀਂ ਫੜੀਆਂ, ਨਜਾਇਜ਼ ਚਲਦੀਆਂ ਬੱਸਾਂ ਫੜੀਆਂ, ਵਿਦਆਊਟ ਟੈਕਸ ਚਲਦੀਆਂ ਬੱਸਾਂ ਫੜੀਆਂ, ਗਲਤ ਪਰਮਿਟ 'ਤੇ ਬੱਸਾਂ ਚਲਦੀਆਂ ਫੜੀਆਂ, ਮੀਡੀਆ ਨੂੰ ਨਾਲ ਲੈ ਕੇ ਫੜੀਆਂ। ਉਹ ਕਹਿੰਦੇ ਕਿ ਅਕਾਲੀਆਂ ਦੀਆਂ ਬੱਸਾਂ ਤੇ ਕਾਰਵਾਈ ਕਰੀ, ਕਾਂਗਰਸੀਆਂ ਦੀਆਂ ਤੇ ਤਾਂ ਕਰੀ ਨਹੀਂ, ਕਹਿੰਦੇ ਨਾ ਤਾਂ ਕਰਤਾਰ ਵਾਲਿਆਂ ਤੇ ਕਰੀ ਹੈ, ਨਾ ਕਿ ਢਿੱਲੋਂ ਹੋਣਾ ਤੇ ਕਰੀ ਹੈ। ਪਹਿਲੀ ਗੱਲ ਤਾਂ ਮੈਂ ਸਾਰੇ ਲੋਕਾਂ ਦੀਆਂ ਬੱਸਾਂ ਤੇ ਕੀਤੀ, ਕਰਤਾਰ ਦੀ ਵੀ ਕੀਤੀ, ਕਿੱਕੀ ਦੀ ਵੀ ਕੀਤੀ, ਪਰ ਇੱਕ ਖੁਦ ਚੋਰ ਵਿਅਕਤੀ, ਗਲਤ ਬੰਦਾ ਇਹ ਦੱਸੇ ਕਿ ਮੈਂ ਚੋਰ ਘੱਟ ਹੈ, ਫਲਾਨਾ ਚੋਰ ਵੱਧ ਹੈ, ਇਹ ਕੋਈ ਉਦਾਹਰਨ ਨਹੀਂ ਹੈ। ਉਹ ਆਪਦੀ ਗੱਲ ਦੱਸੇ। ਹਾਲਾਂਕਿ ਮੈਂ ਤਾਂ ਸਭ ਨੂੰ ਇੱਕ ਅੱਖ ਨਾਲ ਦੇਖਿਆ, ਇਹ ਵੱਡੇ ਆਪਰੇਟਰ ਸੀ, ਲੋਕਾਂ ਦੀਆਂ ਅੱਖਾਂ 'ਚ ਰੜਕਦੇ ਇਹ ਹੈ। ਉਹਨਾਂ ਕੋਲ ਤਾਂ ਕਿਸੇ ਕੋਲ 10 ਬੱਸਾਂ, ਕਿਸੇ ਕੋਲ 20 ਬੱਸਾਂ। ਪੰਜਾਬ ਦੀ ਹਰ ਸੜਕ 'ਤੇ ਬਾਦਲ ਵਾਲਿਆਂ ਦੀਆਂ ਬੱਸਾਂ ਚੱਲਦੀਆਂ। ਜਿਹੜੀ ਲੋਕਾਂ ਦੀ ਇੱਛਾ ਸੀ ਕਿ ਇਹਨਾਂ ਦੀਆਂ ਬੱਸਾਂ 'ਤੇ ਵੀ ਕੋਈ ਨੱਥ ਪਾਉਣ ਵਾਲਾ ਕਦੇ ਆਏਗਾ, ਮੈਂ ਉਹ ਕੰਮ ਕੀਤਾ ਜੋ ਜਨਤਾ ਚਾਹੁੰਦੀ ਸੀ। ਖਜ਼ਾਨਾ ਭਰੇਗਾ ਕਦੇ? ਖਜ਼ਾਨੇ ਭਰਨ ਨੂੰ ਕੀ ਹੈ, ਖਜ਼ਾਨਾ ਤਾਂ ਇੱਕ ਦਿਨ 'ਚ ਭਰਿਆ ਜਾ ਸਕਦਾ ਹੈ। ਤੁਹਾਡੇ ਫਾਈਨੈਂਸ ਮਿਨਿਸਟਰ ਹਰ ਵਾਰ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੈ। ਬੰਦੇ 'ਚ ਦਮ ਹੋਣਾ ਚਾਹੀਦਾ। ਬੰਦਾ ਤੁਸੀਂ ਦੇਖ ਲਓ 2.5 ਮਹੀਨਿਆਂ 'ਚ ਪਰਫਾਰਮੈਂਸ ਟਰਾਂਸਪੋਰਟ ਡਿਪਾਰਟਮੈਂਟ, ਕੋਈ ਵੀ ਬੰਦੇ 'ਚ ਜਾਨ ਹੋਣੀ ਚਾਹੀਦੀ ਹੈ। ਫਿਰ ਤਾਂ ਇਹਦਾ ਮਤਲਬ ਖਜ਼ਾਨਾ ਮੰਤਰੀ ਬਣਾਈਏ ਹੀ ਨਾ। ਜੇ ਖਜ਼ਾਨਾ ਖਾਲੀ ਹੈ ਤਾਂ ਫਿਰ ਕੰਮ ਕੀ ਹੈ ਕੋਈ, ਜੇ ਖਜ਼ਾਨਾ ਹੀ ਖਾਲੀ ਹੈ ਤਾਂ। ਹਰ ਸਵਾਲ ਤੇ ਉਹਨਾਂ ਨੇ ਇਹੀ ਕਿਹਾ, ਮਨਪ੍ਰੀਤ ਬਾਦਲ ਹੋਣਾ ਦਾ, ਮੈਂ ਫਿਰ ਨਾਮ ਲੈ ਕੇ ਕਹਿੰਦੇ ਕਿ ਖਜ਼ਾਨਾ ਖਾਲੀ ਹੈ, ਔਰ ਖਜ਼ਾਨਾ ਖਾਲੀ, ਹਰ ਸਵਾਲ ਦਾ ਜਵਾਬ ਇਹ ਸੀਗਾ। ਦੇਖੋ ਜੀ, ਪ੍ਰੋਬਲਮਸ ਹੁੰਦੀਆਂ, ਉਹਦਾ ਸੋਲਿਊਸ਼ਨ ਭਾਲਣਾ ਪੈਂਦਾ। ਸੋ ਜੇ ਥੋੜੀ ਸੋਲਿਊਸ਼ਨ ਭਾਲ ਲੈਂਦੇ ਹੋ ਤਾਂ ਕੋਈ ਐਡੀ ਗੱਲ ਨਹੀਂ। ਮੇਰੇ ਖਿਆਲ ਹਰ ਚੀਜ਼ ਦਾ ਸੋਲਿਊਸ਼ਨ ਹੈਗਾ, ਪ੍ਰੋਬਲਮ ਹੈਗੀਆਂ, ਸੋਲਿਊਸ਼ਨ ਹੈਗਾ, ਪਰ ਇਹ ਬੰਦੇ 'ਚ ਕਾਬਲੀਅਤ ਹੋਣੀ ਚਾਹੀਦੀ ਹੈ ਖਜ਼ਾਨਾ ਭਰਨ ਦੀ। ਮੈਂ 1.5 ਕਰੋੜ ਰੁਪਇਆ ਇੱਕ ਦਿਨ ਦਾ ਕਮਾ ਰਿਹਾ, ਖਜ਼ਾਨਾ ਭਰੀ ਜਾ ਰਹੇ। ਔਰ ਇਹੀ ਅਗਰ ਫਲੀਟ ਵੱਡੀ ਕਰ ਲਾਂ ਮੈਂ, ਤਾਂ ਇਕੱਲੀ ਟਰਾਂਸਪੋਰਟ ਡਿਪਾਰਟਮੈਂਟ ਹੀ ਖਜ਼ਾਨਾ ਭਰ ਸਕਦੀ। ਬਾਕੀ ਬਦਲਤੇ ਸੀਗੇ, ਔਰ ਟਰਾਂਸਪੋਰਟ ਮਿਨਿਸਟਰ ਬਦਲਤਾ ਸੀਗਾ, ਤਾਂ ਫਿਰ ਫਾਈਨੈਂਸ ਮਿਨਿਸਟਰ ਵੀ ਬਦਲਿਆ ਜਾ ਸਕਦਾ ਸੀ ਕਿ ਨਹੀਂ? ਇਹ ਹਾਈ ਕਮਾਂਡ ਨੇ ਸੋਚਣਾ ਜੀ। ਆਪਾਂ ਤਾਂ ਛੋਟੇ ਲੋਕ ਹਾਂ ਜੋ ਸਾਨੂੰ ਤਾਂ ਮਿਲਿਆ, ਦੇਖੋ 2.5 ਮਹੀਨੇ 75 ਦਿਨ ਸੇਵਾ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਅਗਰ ਪਹਿਲਾ ਮੌਕਾ ਦਿੰਦੇ ਤਾਂ ਹੋਰ ਵਧੇਰੇ ਤਰੀਕੇ ਨਾਲ ਪ੍ਰੋਬਲਮ ਸੋਲਵ ਕਰ ਦਿੰਦੇ, ਰਿਜ਼ੋਲਵ ਕਰ ਦਿੰਦੇ, ਲੇਕਿਨ 2.5 ਮਹੀਨੇ ਹੀ ਮਿਲਿਆ। ਸੋ ਮੈਨੂੰ ਨਹੀਂ ਪਤਾ ਵੀ ਕਿਸੇ ਨੂੰ ਬਦਲਣਾ ਚਾਹੀਦਾ ਜਾਂ ਨਹੀਂ ਚਾਹੀਦਾ। ਵਿਜ਼ਨ ਕੀ ਹੈ ਰਾਜਾ ਵੜਿੰਗ ਹੋਣਾ ਦਾ? ਜੇ ਮੈਂ ਪੁੱਛਾਂ ਪੰਜਾਬ ਨੂੰ ਲੈ ਕੇ, ਗਿੱਦੜਬਾਹੇ ਨੂੰ ਲੈ ਕੇ ਵੀ, ਔਰ ਪੰਜਾਬ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੀ ਸੋਚਦੇ ਆ, ਕਿਸ ਤਰ੍ਹਾਂ ਨਾਲ ਦੇਖਦੇ ਆ, ਨਜ਼ਰੀਏ ਕਿਹੜੀ ਨਾਲ ਦੇਖਦੇ ਹੋ? ਦੇਖੋ ਜੀ, ਪੰਜਾਬ ਦੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਸਾਡਾ ਨੌਜਵਾਨ ਸੜਕਾਂ 'ਤੇ ਤੁਰਿਆ ਫਿਰਦਾ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ, ਮੈਂ ਸਮਝਦਾ ਕਿ ਅਨਐਮਪਲੋਇਮੈਂਟ ਦਾ। ਇਹਨੂੰ ਕੁਛ ਨਾ ਕੁਛ ਇਹਦਾ ਇੰਤਜ਼ਾਮਤ ਕਰਨਾ ਪੈਣਾ। ਨਹੀਂ, ਐਜੂਕੇਸ਼ਨ ਦਾ ਬੜਾ ਵੱਡਾ ਮੁੱਦਾ ਹੈ। ਐਜੂਕੇਸ਼ਨ, ਸਾਡੇ ਪੰਜਾਬ ਦੇ ਲੋਕ ਬਾਹਰ ਜਾ ਰਹੇ ਨੇ ਨਿਰੰਤਰ, ਜਿਹੜਾ ਕਿ ਪੰਜਾਬ ਵਾਸਤੇ ਬੜਾ ਵੱਡਾ ਖਤਰਾ ਹੈ। ਕਿਤੇ ਨਾ ਕਿਤੇ ਐਜੂਕੇਸ਼ਨ ਨੂੰ ਮੈਨੂੰ ਲੱਗਦਾ ਜੌਬਸ ਦੇ ਨਾਲ, ਇੰਪਲੋਇਮੈਂਟ ਦੇ ਨਾਲ ਜੋੜਨਾ ਪੈਣਾ ਹੈ, ਤਾਂ ਜੋ ਦੋਵਾਂ ਪੜ੍ਹ ਕੇ ਬੰਦਾ ਨਿਕਲੇ ਅਤੇ ਸਿੱਧਾ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਮਿਲ ਜਾਏ। ਸੋ ਇਹ ਮੁੱਦਿਆਂ 'ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਹੈਲਥ ਸੈਕਟਰ 'ਤੇ ਬੜਾ ਕੰਮ ਕਰਨ ਦੀ ਜ਼ਰੂਰਤ ਹੈ, ਜਿਹੜੀ ਕਿ ਲੋਕਾਂ ਦੀ, ਆਮ ਜਨਤਾ ਦੀ ਜ਼ਰੂਰਤ ਹੈ। ਐਜੂਕੇਸ਼ਨ, ਹੈਲਥ ਐਂਡ ਇੰਪਲੋਇਮੈਂਟ, ਇਹ 3-4 ਮੇਨ ਮੁੱਦੇ ਨੇ ਜਿਨ੍ਹਾਂ 'ਤੇ ਸਾਨੂੰ ਕੰਮ ਕਰਨਾ ਪਏਗਾ। ਨਹੀਂ ਤਾਂ ਪੰਜਾਬ ਲੁੱਟ ਜਾਏਗਾ, ਪੰਜਾਬ ਖਤਮ ਹੋ ਜਾਏਗਾ। ਰਾਜਾ ਜੀ, ਮੈਂ ਥੋੜਾ ਜਿਹਾ 5-4 ਮਿੰਟ ਹੋਰ ਲੈਣੇ ਤੁਹਾਡੇ ਇਸ ਚੀਜ਼ ਨੂੰ ਲੈ ਕੇ, ਕਿ ਲੋਕ ਬਹੁਤ ਸਾਰੇ ਜਾਣਨਾ ਚਾਹੁੰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੜਾਈ ਸੁਖਬੀਰ ਬਾਦਲ ਹੋਣਾ ਦੇ ਨਾਲ ਡਾਇਰੈਕਟ ਹੋ ਗਈ, ਔਰ ਇਹ ਲੜਾਈ ਸ਼ੁਰੂ ਕਿਉਂ ਹੋਈ, ਕਿਹੜੀ ਗੱਲ ਨੂੰ ਲੈ ਕੇ? ਟਰਾਂਸਪੋਰਟ ਮੰਤਰੀ ਬਣਨ ਤੋਂ ਪਹਿਲਾਂ ਵੀ ਸੀ, ਉਹ ਵੀ ਬੜਾ ਖੁੱਲ੍ਹ ਕੇ ਬੋਲਦੇ ਸੀ, ਤੁਸੀਂ ਬੜਾ ਖੁੱਲ੍ਹ ਕੇ ਉਹਨਾਂ ਦੇ ਖਿਲਾਫ ਬੋਲਦੇ ਸੀ। ਜੇ ਕੋਈ ਕਾਂਗਰਸੀਆਂ ਦੇ ਵਿੱਚੋਂ ਡਾਇਰੈਕਟ ਅਟੈਕ ਕਰਨ ਵਾਲਾ ਸੀ ਬਾਦਲ ਪਰਿਵਾਰ 'ਤੇ, ਤਾਂ ਉਹ ਰਾਜਾ ਵੜਿੰਗ ਹੋਣਾ ਦਾ ਵੀ ਨਾਮ ਉਹਨਾਂ ਦੇ ਵਿੱਚ ਆਉਂਦਾ ਸੀ। ਲੜਾਈ ਸ਼ੁਰੂ ਕਿਉਂ ਹੋਈ ਸੀ, ਕਿਹੜੀ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਸੀ? ਲੜਾਈ ਨਹੀਂ ਜੀ, ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਮੈਂ ਪਾਰਲੀਮੈਂਟ ਦਾ ਚੁਣਾਵ ਲੜਿਆ, ਉਹਨਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੋਈ ਕਿ ਸਾਡੇ ਖਿਲਾਫ ਬੰਦਾ ਕਿੱਦਾਂ ਕੋਈ ਖੜਾ ਹੋ ਸਕਦਾ ਹੈ। ਔਰ ਖਾਸ ਕਰਕੇ ਵੱਡੇ ਨੂੰ ਤਾਂ ਉਹ ਸਮਝਦੇ ਕਿ ਵੱਡਾ ਆਦਮੀ ਖੜਾ ਹੋ ਗਿਆ ਤਾਂ ਚਲੋ ਕੋਈ ਗੱਲ ਨਹੀਂ, ਛੋਟੇ ਵਿਅਕਤੀ ਅਗਰ ਸਾਡੇ ਵਰਗਾ ਆਮ ਸਧਾਰਨ ਪਰਿਵਾਰ ਦਾ ਬੰਦਾ ਬਾਦਲਾਂ ਦੇ ਖਿਲਾਫ ਖੜਾ, ਉਹਨਾਂ ਨੇ ਮੈਨੂੰ ਲੱਗਦਾ ਦਿਲ ਨੂੰ ਇਹ ਗੱਲ ਆ ਗਈ ਕਿ ਇਹਦੀ ਕੋਈ ਔਕਾਤ ਹੀ ਨਹੀਂ ਸੀ, ਇਹ ਸਾਡੇ ਖਿਲਾਫ ਕਿੱਦਾਂ ਖੜਾ ਹੋ ਗਿਆ। ਫਿਰ ਉਹਨਾਂ ਨੇ ਧਰਮਪਤਨੀ ਵੀ ਉਦੋਂ ਕਾਫੀ ਕਿਹਾ ਰਾਜਾ ਵੜਿੰਗ ਗੁੰਡਾ ਹੈ, ਇਹਨਾਂ ਨੇ ਵੀ ਕਾਫੀ
ਭੱਦੀਆਂ ਸ਼ਬਦਾਵਲੀਆਂ ਮੇਰੇ ਪਰਿਵਾਰ ਬਾਰੇ ਵਰਤੀਆਂ, ਲੋਕਾਂ ਤੋਂ ਆਪਦੇ ਜਿਹੜੇ ਕਰਿੰਦੇ ਆ ਉਹਨਾਂ ਦੇ ਕੰਮ ਵਾਲੇ, ਉਹਨਾਂ ਤੋਂ ਵਰਤਾਈ ਗਈ। ਸੋ ਹੌਲੀ ਹੌਲੀ ਵੱਡਾ ਫਰਕ ਪੈ ਗਿਆ, ਜਿਹੜਾ ਮੈਂ ਸਮਝਦਾ ਕਿ ਨਹੀਂ ਹੋਣਾ ਚਾਹੀਦਾ ਸੀ, ਪਰ ਕੀਤਾ ਕੁਝ ਨਹੀਂ ਜਾ ਸਕਦਾ। ਅਗਰ 60 ਸਾਲ ਦਾ ਵਿਅਕਤੀ PCC ਅਕਾਲੀ ਦਲ ਦਾ ਪ੍ਰਧਾਨ ਆ ਕੇ ਤੁਹਾਨੂੰ ਧਮਕਾਏਗਾ, ਡਰਾਏਗਾ, ਰੋਜ਼ਾਨਾ ਧਮਕਾਏਗਾ, ਫਿਰ ਕੋਈ ਸੁਣੇਗਾ ਨਹੀਂ। ਸੋ ਇਸ ਕਰਕੇ ਇਹ ਵੱਡਾ ਹੁਣ ਜਿਹੜਾ ਫਟ ਹੈ, ਇਹ ਦਰੁਸਤ ਨਹੀਂ ਹੋ ਸਕਦਾ। ਜੀ ਹੁਣੀ ਤਾਂ ਬੜਾ ਸਿੱਧਾ ਕਹਿੰਦੇ ਕਿ ਜਦੋਂ ਤਾਂ ਲੋੜ ਸੀਗੀ ਵੜਿੰਗ ਹੁਣੀ ਪਾਵਰ ਦੇ ਵਿੱਚ ਨਹੀਂ ਸੀ, ਉਹ ਤਾਂ ਕਹਿੰਦੇ ਪੈਰੀਂ ਪੈ ਗਏ, ਔਰ ਹੁਣ ਜਦੋਂ ਪਾਵਰ ਆਈ ਹੈ ਤਾਂ ਦੇਖੋ ਕੀ ਕਰਦੇ ਆ, ਕਹਿੰਦੇ ਵੈਂਡੇਟਾ ਪੋਲਿਟਿਕਸ ਕਰ ਰਹੇ। ਦੇਖੋ ਇਹ ਵਾਜ਼ਾਤ ਗੱਲਾਂ ਹੈ, ਕਦੇ ਚੰਨੀ ਸਾਹਿਬ ਨੂੰ ਕਹਿ ਦਿੰਦੇ ਆ ਮੇਰੇ ਪੈਰੀਂ ਪੈ ਗਿਆ, ਕਦੇ ਰਾਜੇ ਵੜਿੰਗ ਨੂੰ ਕਹਿ ਦਿੰਦੇ ਆ, ਕਦੇ ਕਿਸੇ ਹੋਰ ਨੂੰ। ਤੁਸੀਂ ਦੇਖਿਆ ਹੋਣਾ ਹੈ, ਜਦੋਂ ਇਹਨਾਂ ਤੇ ਕੋਈ ਗੱਲ ਆਉਂਦੀ ਹੈ ਤਾਂ ਇਹ ਕਹਿ ਦੇਣਗੇ ਫਲਾਣਾ ਬੰਦਾ ਫਲਾਣੇ ਦੇ ਪੈਰੀਂ ਪੈ ਗਿਆ। ਜਿਹੜਾ ਬੰਦਾ ਪੈਰੀਂ ਪੈ ਕੇ ਛੁੱਟਿਆ ਹੋਵੇ ਉਹ ਫਿਰ ਜ਼ਰੂਰਤ ਨਹੀਂ ਕਰਦਾ ਬਾਦਲਾਂ ਨੂੰ ਹੱਥ ਪਾਉਣ ਦੀ। ਸੋ ਇਹੋ ਜਿਹੀਆਂ ਵਾਜ਼ਾਤ ਗੱਲਾਂ ਜਿਹੜੀਆਂ ਇਹ ਚੰਗੀਆਂ ਨਹੀਂ ਆ। ਜਿਹੜੇ ਵੀ ਮਿਨਿਸਟਰ ਦੀ ਗੱਲ ਹੁੰਦੀ ਹੈ ਕਹਿੰਦੇ ਪੈਰੀਂ ਪੈ ਗਏ। ਦੱਸੋ ਯਾਰ, ਇਹ ਤਾਂ ਹੰਕਾਰ ਹੈ, ਰੱਬ ਨੂੰ ਵੀ ਮਨਜ਼ੂਰ ਨਹੀਂ। ਮੈਂ ਕਹਿ ਦਿਆਂ ਕਿ ਹੁਣ ਮਜੀਠੀਆ ਸਾਹਿਬ ਚਰਨਜੀਤ ਚੰਨੀ ਸਾਹਿਬ ਦੇ ਪੈਰੀਂ ਪੈ ਗਏ, ਕਹਿਣ ਨੂੰ ਕੀ ਹੈ, ਕਹਿ ਹੀ ਸਕਦੇ ਹਾਂ, ਪਰ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਨਾ ਕੋਈ ਕਿਸੇ ਦੇ ਪੈਰੀਂ ਪੈਂਦਾ, ਜਿਹੜਾ ਪੈਰੀਂ ਪਿਆ ਹੋਵੇ ਉਹ ਤਾਂ ਅੱਖ ਚੱਕ ਕੇ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਸਕਦਾ। ਸੁਖਬੀਰ ਬਾਦਲ ਨੇ ਅਨਾਉਂਸ ਕਰਦਿਆਂ ਇਹ ਸ਼ਬਦ ਕਹੇ ਕਿ ਨਵਜੋਤ ਸਿੰਘ ਸਿੱਧੂ ਤਕੜਾ ਹੋ ਜੇ, ਮਜੀਠੀਆ ਮਾਝੇ ਦਾ ਸ਼ੇਰ ਆ ਰਿਹਾ ਸਿੱਧੂ ਦੇ ਖਿਲਾਫ ਚੋਣ ਲੜਨ ਵਾਸਤੇ, ਔਰ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜ ਰਹੇ ਨੇ। ਲੱਗ ਜੂਗਾ ਪਤਾ ਸ਼ੇਰ ਹੈ ਕਿ ਬੱਕਰੀ ਹੈ, ਇਹਦਾ ਕੀ ਗੱਲ ਹੈ। ਕਿਸੇ ਨੇ ਕਿਹਾ ਨਾ ਯਾ ਤੇਰੇ ਵਾਲ ਕੱਢੇ, ਉਹ ਕਹਿੰਦਾ ਬਾਈ ਸਾਹਮਣੇ ਆ ਜਾਣਗੇ, ਖੜ ਜਾ 10 ਮਿੰਟ ਉੱਤੋਂ ਦੇਖ, ਪਤਾ ਲੱਗ ਜਾਣਾ ਥੋੜੇ ਦਿਨਾਂ। ਔਰ ਸੁਨੀਲ ਜਾਖੜ ਹੁਣਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਇੱਕ ਬੰਨੇ ਤਾਂ ਪਾਰਟੀ ਦੇ ਵਿੱਚ ਕਹਿੰਦੇ ਕਿ ਕਲੇਸ਼ ਮੁੱਕਣ ਦਾ ਨਾਮ ਨਹੀਂ ਆਉਂਦਾ, ਨਵੀਂ ਸਮੱਸਿਆ ਕੋਈ ਨਾ ਕੋਈ ਨਿਕਲ ਕੇ ਆ ਜਾਂਦੀ ਹੈ, ਔਰ ਸੁਨੀਲ ਜਾਖੜ ਹੁਣੀ ਕਹਿੰਦੇ ਕਿ ਮੈਨੂੰ 46 ਵੋਟਸ ਪਈਆਂ। ਕੱਲ ਪ੍ਰੋ ਪੰਜਾਬ TV ਨਾਲ ਗੱਲ ਕਰਦੇ ਉਹਨਾਂ ਨੇ ਗੱਲ ਕਹੀ ਹੈ, ਉਹ ਕਹਿੰਦੇ ਕਿ ਮੈਨੂੰ 46 ਵੋਟਾਂ ਸੀਗੀਆਂ, ਪਰ ਕੁਛ ਇੱਕ ਲੋਕਾਂ ਨੇ, ਕਹਿੰਦੇ ਕੁਛ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ ਕਹਿੰਦੇ ਕੁਛ ਕੁ ਬਾਹਰੋਂ ਲੋਕ ਆਏ ਸੀ, ਉਹਨਾਂ ਲੋਕਾਂ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਹਿੰਦੂ ਚਿਹਰੇ ਨੂੰ CM ਬਣਾਉਣੇ ਹੋ ਤਾਂ ਪੰਜਾਬ 'ਚ ਅੱਗ ਲੱਗ ਜੂਗੀ। ਹਾਈ ਕਮਾਨ ਨੂੰ ਕਹਿੰਦੇ ਇਹ ਗੱਲਾਂ ਕਹਿਤੀਆਂ ਜਾ ਕੇ। ਮੈਨੂੰ ਪਤਾ ਨਹੀਂ ਹੈ ਕਿ ਵੋਟਿੰਗ ਕਦੋਂ ਹੋਈ ਤੇ ਕਿੰਨੀਆਂ ਵੋਟਾਂ ਜਾਖੜ ਸਾਹਿਬ ਨੂੰ ਪਈਆਂ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਤਾਂ ਕਹਿੰਦੇ ਕਿ ਸਭ ਤੋਂ ਵੱਧ ਵਿਧਾਇਕਾਂ ਨੇ ਮੇਰੇ ਹੱਕ ਦੇ ਵਿੱਚ ਵੋਟ ਪੋਲ ਕੀਤੇ। ਨਹੀਂ, ਮੈਨੂੰ ਕਿਸੇ ਨੂੰ ਵੋਟ ਕਰਨ ਲਈ ਕਿਹਾ ਨਹੀਂ ਗਿਆ ਹਾਈ ਕਮਾਂਡ ਨੇ, ਨਾ ਮੈਂ ਕਿਸੇ ਨੂੰ ਕੀਤੀ, ਨਾ ਮੈਂ ਜਾਖੜ ਸਾਹਿਬ ਨੂੰ ਕੀਤੀ। ਵੀ ਨਹੀਂ ਗਿਆ ਤੁਹਾਨੂੰ? ਉਹ ਕਹਿੰਦੇ ਕਿ ਰੰਧਾਵਾ ਉਹਨਾਂ ਨੂੰ 16 ਜਾਂ 18 ਦਾ ਜ਼ਿਕਰ ਕੀਤਾ, ਇਸ ਤਰ੍ਹਾਂ ਫਿਰ ਵੋਟਿੰਗ ਦੀਆਂ ਗੱਲਾਂ ਹਵਾ ਹੀ ਲੱਗ ਰਹੀਆਂ ਨੇ। ਪਤਾ ਨਹੀਂ, ਜਾਖੜ ਸਾਹਿਬ ਵੱਡੇ ਲੀਡਰ ਨੇ, ਸਾਡੇ PCC ਪ੍ਰਧਾਨ ਰਹੇ ਨੇ, ਬੜੇ ਸਤਿਕਾਰਯੋਗ ਨੇ, ਕੋਈ ਹੋਏਗੀ ਗੱਲ ਤਾਂ ਉਹਨਾਂ ਨੂੰ ਪਤਾ ਹੋਏਗਾ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਤੁਸੀਂ ਇੱਕ ਸਪੀਚ ਦੇ ਰਹੇ ਸੀ, ਮੈਂ ਸੁਣ ਰਿਹਾ ਸੀ, ਤੁਸੀਂ ਕਿਹਾ ਕਿ ਭੂਆ ਦਾ ਅਮਰੀਕਾ ਤੋਂ ਫੋਨ ਆਇਆ, ਦੱਸੋਗੇ ਗੱਲ ਕੀ, ਗੱਲ ਕਨਵਰਸੇਸ਼ਨ ਕੀ ਸੀ? ਹਾਂ, ਮੇਰੇ ਭੂਆ ਜੀ ਸੀ, ਉਹਨਾਂ ਦਾ ਫੋਨ ਆਇਆ ਕਿ ਅੱਜ ਮੈਂ ਸੁਖਬੀਰ ਸਿੰਘ ਬਾਦਲ ਨੂੰ ਸੁਣਿਆ ਸੀ ਤੇਰੇ ਖਿਲਾਫ ਬੋਲ ਰਿਹਾ ਸੀ ਬਹੁਤ ਜ਼ਿਆਦਾ। ਸੋ ਭੂਆ ਜੀ ਦੇ ਮਨ, ਕਿਉਂਕਿ ਉਹਨਾਂ ਦਾ ਮੈਂ ਕੱਲਾ ਭਤੀਜਾ, ਤੇ ਉਹਨਾਂ ਦਾ ਮਨ ਥੋੜ੍ਹਾ ਡਰਿਆ ਹੋਇਆ ਸੀਗਾ ਕਿ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਸਾਹਮਣੇ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ। ਉਹਨਾਂ ਦਾ ਕੁਛ ਨਾ ਕੁਛ ਕੈਪਟਨ ਕਬਲਜੀਤ ਦੀ ਗੱਲ ਸੁਣਾ ਰਹੇ ਸੀ ਜਾਂ ਹੋਰਾਂ ਦੀ। ਸੋ ਪਰੇਸ਼ਾਨੀ ਜੀ ਹੋਈ ਮਨ ਨੂੰ ਕਿ ਇੱਦਾਂ। ਉਹ ਕਹਿੰਦੇ ਤੁਸੀਂ ਕੀ ਲੈਣਾ, ਕਿਉਂਕਿ ਬਜ਼ੁਰਗ ਬੰਦੇ ਆ, 70 ਸਾਲ ਦੀ ਭੂਆ ਹੈ ਮੇਰੀ ਭੂਆ ਜੀ। ਸੋ ਉਹਨਾਂ ਨੂੰ ਫੀਲ ਹੋਇਆ ਹੋਣਾ ਕਿ ਕਾਹਨੂੰ ਸਾਡਾ ਇੱਕ ਭਤੀਜਾ ਹੈ, ਕਾਹਨੂੰ ਇਹਨਾਂ ਲੋਕਾਂ ਨਾਲ, ਇਹਨਾਂ ਦਾ ਪਤਾ ਨਹੀਂ ਕੀ ਕਰਨਾ ਇਹਨਾਂ ਲੋਕਾਂ ਨੇ। ਸੋ ਮੈਂ ਗੱਲ ਸੁਣਾ ਰਿਹਾ ਸੀਗਾ। ਡਰ ਲੱਗਦਾ ਕਦੇ? ਬੇਖੌਫ, ਬਾਬਾ ਜੀ ਦੀ ਇੰਨੀ ਕਿਰਪਾ ਹੈ, ਇੱਕ ਮਿੰਟ ਵੀ, ਇੱਕ ਸੈਕਿੰਡ ਵਾਸਤੇ ਵੀ ਕਦੇ ਪੈ ਨਹੀਂ ਆਉਂਦਾ। ਕਦੇ ਆਉਂਦਾ ਤਾਂ ਬਾਬਾ ਜੀ ਦੀ ਫੋਟੋ ਦੇ ਸਾਹਮਣੇ ਖੜੇ ਹੋ ਜਾਂਦੇ ਆ, ਬਟ ਨਾ, ਬਿਲਕੁਲ ਡਰ ਨਹੀਂ ਹੈ। ਰਾਜਾ ਵੜਿੰਗ ਇੱਕ ਵੱਡਾ ਫੇਸ ਬਣ ਗਏ ਨੇ, ਸੋਚਿਆ ਸੀ ਕਿ ਰਾਜਾ ਵੜਿੰਗ ਇੱਥੋਂ ਤੱਕ ਪਹੁੰਚ ਜਾਊ? ਕਦੇ ਨਹੀਂ ਸੋਚਿਆ ਸੀ ਯਾਰ, ਸੁਪਨਾ ਵੀ ਨਹੀਂ ਲਿਆ ਸੀ ਕਦੇ ਕਿ ਐਡੀ ਵੱਡੀ ਗੱਲ ਬਣ ਜਾਏਗੀ। ਮੈਂ ਤਾਂ ਸ਼ੁਕਰਗੁਜ਼ਾਰ ਹਾਂ ਇਹਨਾਂ ਲੋਕਾਂ ਦਾ, ਗਿੱਦੜ ਬਿਆਲਿਆਂ ਦਾ, ਜਿਨ੍ਹਾਂ ਨੇ ਮੈਨੂੰ ਦੁਨੀਆ ਦੇ ਵਿੱਚ ਚਰਚਿਤ ਕਰਾਤਾ ਹੈ। ਜਿੱਥੇ ਜਿੱਥੇ ਸਿੱਖ ਬੈਠਾ ਪੰਜਾਬੀ, ਜੇ ਉਹ TV ਦੇਖਦਾ ਤੁਹਾਡਾ ਜਾਂ ਕੋਈ ਚੈਨਲ ਦੇਖਦਾ ਤਾਂ ਉਦੋਂ ਉੱਥੋਂ ਫਿਰ ਫੇਸਬੁੱਕ ਤੋਂ ਇੱਧਰ ਉੱਧਰ ਤੁਹਾਡਾ ਸੁਣ ਕੇ ਫੋਨ ਕਰਦਾ ਅਤੇ ਆਪਦੇ ਮਨ ਨੂੰ ਸਕੂਨ ਮਿਲਦਾ। ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਮੈਂ ਇੱਥੋਂ ਤੱਕ ਪਹੁੰਚਾਂਗਾ। ਇਹ ਸੀਟ ਜਿੱਥੋਂ ਤੁਸੀਂ ਇਲੈਕਸ਼ਨ ਹੁਣ ਫਿਰ ਲੜ ਰਹੇ ਹੋ, ਇੱਥੋਂ ਪ੍ਰਕਾਸ਼ ਸਿੰਘ ਬਾਦਲ
ਨੇ ਆਪਣਾ ਸਿਆਸੀ ਕੈਰੀਅਰ ਦਾ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤਦੇ ਰਹੇ, ਮਨਪ੍ਰੀਤ ਬਾਦਲ ਹੋਣੀ ਵੀ, ਫਿਰ ਤੁਸੀਂ ਹੋ ਇੱਥੋਂ, ਪਰ ਇਹ ਇਲਾਕਾ ਪਿਛੜਿਆ ਹੋਇਆ ਕਿਉਂ ਆ? ਇੰਨੇ ਵੱਡੇ ਵੱਡੇ ਚਿਹਰੇ ਗਿੱਦੜਬਾਏ ਤੋਂ ਹੋ ਕੇ ਇਸ ਦੇ ਬਾਵਜੂਦ ਵੀ ਹਲਕੇ ਦਾ ਉਹ ਕਿਉਂ ਨਹੀਂ ਨੁਹਾਰ ਬਦਲੀ ਜਾ ਸਕੀ? ਕੀ ਲੱਗਦਾ? ਨਹੀਂ ਦੇਖੋ, ਅੱਜ ਜੇ ਤੁਸੀਂ ਦੇਖੋਗੇ ਮੇਰੇ ਹਲਕੇ ਦੇ ਵਿੱਚ ਤੁਹਾਨੂੰ ਕਿਤੇ ਇੱਕ ਵੀ ਸੜਕ ਟੁੱਟੀ ਫੁੱਟੀ ਨਹੀਂ ਦਿਖੇਗੀ। ਕਾਲਜਿਸ, ਨਵੇਂ ਹਸਪੀਟਲਸ, ਨਵੇਂ ਗਰਾਊਂਡਸ, ਨਵੇਂ ਸਟੇਡੀਅਮਸ ਤੁਸੀਂ ਦੇਖੋਗੇ, ਧਰਮਸ਼ਾਲਾਸ, ਨਵੇਂ ਪਾਰਕਸ, ਮਾਰਕਫੈਟ ਦਾ ਪਲਾਂਟ ਅਸੀਂ ਲੈ ਕੇ ਆਏ, ਨਵੀਆਂ ਕੋਰਟਸ ਲੈ ਕੇ ਆਏ। ਸੋ ਮੇਰਾ ਖਿਆਲ ਜਿਵੇਂ ਅਸੀਂ ਛੋਟਾ ਜਿਹਾ ਕਸਬਾ ਹੈ ਇਹ ਗਿੱਦੜਬਾਹਾ, ਇਟਸ ਅ ਸਮਾਲ ਟਾਊਨ। ਸਾਡਾ ਜਿਹੜਾ ਹਸਪੀਟਲ ਸੀਗਾ ਉਹ ਵਨ ਆਫ ਦਾ ਬੈਸਟ ਹਸਪੀਟਲ ਪੰਜਾਬ 'ਚ ਆਇਆ, ਜਿਹਨੂੰ ਸਾਨੂੰ ਅਵਾਰਡ ਮਿਲਿਆ ਕਾਇਆ ਕਲਪ ਦੇ ਤਹਿਤ। ਜੇ ਮਨਰੇਗਾ ਦੀ ਗੱਲ ਕਰੀਏ ਤਾਂ ਦੀਨ ਦਿਆਲ ਉਪਾਧਿਆ ਅਵਾਰਡ ਸਾਨੂੰ ਮਿਲਿਆ। ਸੋ ਕਹਿਣ ਦਾ ਮਤਲਬ ਕਿ ਅੱਜ ਦੇ ਮੁਤਾਬਕ ਅਸੀਂ ਕਾਫੀ ਕੰਮ ਗਿੱਦੜਬਾਹਾ 'ਚ ਕਰਾਏ ਔਰ ਗਿੱਦੜਬਾਹਾ ਸ਼ਹਿਰ ਨੂੰ ਅੱਗੇ ਲੈ ਕੇ ਗਏ। ਹਾਂ, ਇਹ ਜ਼ਰੂਰ ਹੈ ਕਿ ਸਾਡਾ ਇਲਾਕਾ ਥੋੜ੍ਹਾ ਜਿਹਾ ਛੋਟਾ ਇਲਾਕਾ ਹੈ, ਇੱਥੇ ਛੋਟੇ ਛੋਟੇ ਵਪਾਰ ਨੇ, ਸੋ ਉਹਨਾਂ ਨਾਲ ਜੁੜਿਆ ਹੋਇਆ ਹੈ। ਬਾਕੀ ਅੱਜ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਗਿੱਦੜਬਾਹਾ 'ਚ ਕਿਤੇ ਕੁਛ ਹੋਇਆ ਨਹੀਂ ਹੈ, ਪਛੜਿਆ ਹੋਇਆ। ਮੇਰਾ ਖਿਆਲ ਜਿੰਨਾ ਕੰਮ ਇਸ ਵਾਰੀ ਹੋਇਆ 5 ਸਾਲਾਂ 'ਚ, ਲੋਕ ਇਹ ਗੱਲ ਕਹਿੰਦੇ ਨੇ, ਪਬਲਿਕ ਇਹ ਗੱਲ ਕਹਿੰਦੀ ਹੈ ਕਿ 40 ਸਾਲ ਕਦੇ ਕੰਮ ਨਹੀਂ ਹੋਇਆ। ਤੁਹਾਡੇ ਸਿਆਸੀ ਵਿਰੋਧੀਆਂ ਦੀ ਗੱਲ ਕਰ ਲਾਂ ਮੈਂ, ਅਕਾਲੀ ਦਲ ਦੇ ਉਮੀਦਵਾਰ ਨੇ ਡਿੰਪੀ ਢਿੱਲੋਂ ਹੋਣੀ, ਮੈਂ ਪਿਛਲੇ ਦਿਨੀ ਉਹਨਾਂ ਦਾ ਇੰਟਰਵਿਊ ਕੀਤਾ। ਮੈਂ ਕਿਹਾ ਰਾਜਾ ਵੜਿੰਗ ਹੋਣਾ ਨਾਲ ਤੁਹਾਡੀ ਸਿਆਸੀ ਲੜਾਈ ਹੈ ਜਾਂ ਨਿੱਜੀ ਦੁਸ਼ਮਣੀ ਹੈ? ਉਹ ਕਹਿੰਦੇ ਕਿ ਪਹਿਲਾਂ ਤਾਂ ਸਿਆਸੀ ਲੜਾਈ ਸੀਗੀ, ਪਰ ਰਾਜੇ ਵੜਿੰਗ ਨੇ ਸ਼ੁਰੂਆਤ ਕੀਤੀ, ਕਹਿੰਦੇ ਸਾਡੀਆਂ ਬੱਸਾਂ ਤੇ ਕਾਰਵਾਈ ਕੀਤੀ, ਔਰ ਨਿੱਜੀ ਅਟੈਕ ਕਹਿੰਦੇ ਰਾਜਾ ਵੜਿੰਗ ਹੋਣਾ ਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਸਨੀ ਢਿੱਲੋਂ ਕਹਿੰਦੇ ਮੇਰਾ ਛੋਟਾ ਭਰਾ ਫਿਰ ਲਾਈਵ ਹੋਇਆ, ਔਰ ਇਸ ਤਰੀਕੇ ਨਾਲ ਕਹਿੰਦੇ ਫਿਰ ਉਹਨੇ ਨਿੱਜੀ ਹਮਲੇ ਰਾਜਾ ਵੜਿੰਗ ਹੋਣਾ ਤੇ ਕੀਤੇ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ? ਕਿਸੇ ਝੂਠੇ ਬੰਦੇ ਦਾ ਮੈਂ ਕੀ ਜਵਾਬ ਦੇਣਾ ਚਾਹੁੰਦਾ? ਇਹ ਤਾਂ 2.5 ਮਹੀਨੇ ਪਹਿਲਾਂ ਦੀ ਗੱਲ ਹੈ। ਇਹਨਾਂ ਦਾ ਭਰਾ ਜਿਹੜਾ ਹੈਗੇ ਹੈ ਉਹ ਤਾਂ 5 ਸਾਲਾਂ ਦਾ 7 ਸਾਲਾਂ ਦਾ ਕਹਿੰਦਾ ਮੈਂ ਜ਼ੁਬਾਨ ਖਿੱਚ ਲੈਣੀ ਹੈ, ਮੈਂ ਮਾਰ ਦੇਣਾ ਹੈ, ਮੈਂ ਠੋਕ ਦੇਣਾ ਹੈ, ਮੇਰੀ ਧੌਣ ਪੱਟ ਦਿਆਂਗਾ। ਪਬਲਿਕ ਜਾਣਦੀ ਹੈ, ਪਬਲਿਕ ਨੂੰ ਪਤਾ ਹੈ ਕਿਸ ਤਰ੍ਹਾਂ ਦੀ ਸ਼ਬਦਾਵਲੀ ਉਹ ਬੰਦਾ ਵਰਤਦਾ ਰਿਹਾ ਹੈ। ਹਾਲਾਂਕਿ ਜਦੋਂ ਮੈਂ ਟਰਾਂਸਪੋਰਟ ਮੰਤਰੀ ਬਣਿਆ, ਬੱਸ ਫੜੀ, ਉਦੋਂ ਬਾਅਦ ਤਾਂ ਉਹ ਬੋਲਿਆ ਹੀ ਨਹੀਂ ਹੈ। ਇਹ ਸਭ ਜੋ ਕੰਮ ਕੀਤਾ ਉਦੋਂ ਪਹਿਲਾਂ ਹੀ ਬੋਲਦਾ ਰਿਹਾ, ਬੜਾ ਕੁਛ ਬੋਲਿਆ, ਬਹੁਤ ਗੰਦ ਬਕਿਆ, ਜਿਹੜਾ ਕਿ ਇਹਦੀ ਬਦਜ਼ੁਬਾਨੀ ਕੀਤੀ, ਪਰ ਕੋਈ ਫਰਕ ਨਹੀਂ ਹੈ, ਕੋਈ ਗੱਲ ਨਹੀਂ। ਲੱਗਦਾ ਕਦੇ ਪਾਵਰ ਦੇ ਵਿੱਚ ਉਹ ਆ ਗਏ ਤਾਂ ਫਿਰ ਇਸੇ ਤਰੀਕੇ ਨਾਲ ਹੀ ਮੈਂਡੇਟਾ ਜਾਂ ਕੁਝ ਹੋਊਗਾ? ਲੱਗਦਾ ਸੱਚ ਨੇ ਸੱਚ ਰਹਿਣਾ ਯਾਰ, ਜੋ ਲਿਖਿਆ ਉਹ ਹੋ ਕੇ ਰਹਿਣਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਸੋ ਇਸ ਕਰਕੇ ਬਿਲਕੁਲ ਬੇਖੌਫ ਹਾਂ, ਔਰ ਮੇਰਾ ਵਾਹਿਗੁਰੂ ਬੜਾ ਬਲਵਾਨ ਹੈ। ਜਦੋਂ ਬੰਦਾ ਸੱਚਾ ਹੋਵੇ ਨਾ ਤੇ ਵਿਰੋਧੀ ਨੂੰ ਕਦੇ ਪਾਵਰ ਹੀ ਨਹੀਂ ਮਿਲਦੀ। ਤੁਸੀਂ ਦੇਖਿਓ ਸੁਖਬੀਰ ਸਿੰਘ ਬਾਦਲ ਰੋਲ ਕੇ ਰਹਿ ਜਾਊਗਾ। ਇਹ ਜਿਹੜੀ ਸ਼ਹਿ 'ਤੇ ਛਾਲਾ ਮਾਰਦੇ ਆ ਨਾ, ਉਹ ਕਦੇ ਹੁਣ ਇੱਕ ਯਾਦਗਾਰੀ ਬਣ ਜਾਣੀ ਹੈ। ਜਿਹਦੀ ਸ਼ਹਿ ਤੇ ਛਾਲਾ ਮਾਰਦੇ ਨੇ ਸੁਖਬੀਰ ਸਿੰਘ ਦੀ ਤੇ ਜਿਹੜੀ ਸ਼ਹਿ 'ਤੇ ਛਾਲਾਂ ਇਹ ਲੋਕ ਮਾਰਦੇ ਨੇ, ਉਹ ਇੱਕ ਯਾਦਗਾਰੀ ਬਣ ਕੇ ਰਹਿ ਜਾਣਗੇ। ਯਾਦਗਾਰੀ ਹੋਇਆ ਕਰੂਗੀ। ਲੋਕ ਕਿਆ ਕਰਨਗੇ, ਕੋਈ ਪਾਰਟੀ ਹੁੰਦੀ ਸੀ ਅਕਾਲੀ ਦਲ। ਕਿੰਨੀਆਂ ਸੀਟਾਂ ਦੇਖਦੇ ਹੋ ਵੈਸੇ? ਯਾਰ ਸੀਟਸ ਬਾਰੇ ਮੈਂ ਦੱਸ ਨਹੀਂ ਸਕਦਾ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਅੱਜ ਨੇੜੇ ਹੈ ਸਰਕਾਰ ਬਣਾਉਣ ਦੇ। ਮੈਨੂੰ ਲੱਗਦਾ, ਮੈਂ ਹੁਣ ਫਿਰ ਉਹੀ ਗੱਲ ਮੈਂ ਕਹੀ ਅੱਗੇ ਵੀ ਕਹਿੰਦਾ, ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ 80 ਆ ਰਹੀਆਂ, 25 ਸਾਲ ਰਾਜ ਕਰਾਂਗੇ, ਕਿਉਂਕਿ ਮੈਂ ਪ੍ਰੈਕਟੀਕਲ ਆਦਮੀ ਹਾਂ। ਸੋ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੇ ਕਾਫੀ ਨੇੜੇ ਹੈ, ਪਰਮਾਤਮਾ ਕਿਰਪਾ ਕਰੇ। ਦਾਅਵੇ ਨੂੰ ਕਿੱਦਾਂ ਦੇਖਦੇ ਹੋ 80 ਸੀਟਾਂ ਵਾਲੇ ਦਾਅਵੇ? ਉਹ ਉੱਦਾਂ ਹੀ ਦੇਖਦੇ ਜਿਵੇਂ ਪਾਣੀ 'ਚ ਬੱਸਾਂ ਚਲਾਉਣ ਦੀ ਗੱਲ ਹੈ। ਸੁਖਬੀਰ ਸਿੰਘ ਬਾਦਲ ਦੀ ਕਿਸੇ ਵੀ ਚੀਜ਼ ਨੂੰ ਲੋਕ ਸੀਰੀਅਸ ਨਹੀਂ ਲੈਂਦੇ। ਠੀਕ ਹੈ, ਮੈਂ ਹੁਣ ਇੱਕ ਦੋ ਨਿੱਕੇ ਹੋਰ ਸਵਾਲ ਨੇ। ਤੁਹਾਡੀ ਬੇਟੀ ਨੂੰ ਲੈ ਕੇ ਗੱਲ ਕਰਨੀ ਹੈ। ਗਾਣਾ ਬਹੁਤ ਚਰਚਾ ਦੇ ਵਿੱਚ ਹੈ। ਇੱਕ ਗਾਣਾ ਤੁਸੀਂ ਹੋਰ ਨਵਾਂ ਹੀ ਬਣਾਤਾ, ਇੱਕ ਕੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਗਾਣਾ ਕਹਿ ਰਹੇ ਸੀ ਕਿ ਰਾਜੇ ਇਸ ਤਰ੍ਹਾਂ ਆਵਾਜ਼ ਆਊਗੀ, ਉਹ ਵੀ ਕੋਈ ਨਵਾਂ ਆ ਰਿਹਾ ਗਾਣਾ ਬਾਜ਼ਾਰ ਦੇ ਵਿੱਚ? ਉਹ ਤਾਂ ਮੇਰਾ ਪੁਰਾਣਾ ਗਾਣਾ ਹੈ, ਨਾਮ ਦਾ ਰਾਜਾ ਨਹੀਂ ਦਿਲ ਦਾ ਵੀ ਰਾਜਾ। ਇਹ ਪੁਰਾਣਾ ਸਾਰੀ, ਹਾਂ ਯਸ, ਮੰਡੀ ਕੋਲੇ ਸਾਰੀ ਤੇ ਗਾਣਾ ਹੈ। ਔਰ ਬੇਟੀ ਦੇ ਕਹਿਣ ਤੇ ਗਾਣਾ ਜਾਂ ਪਹਿਲਾਂ ਗੁਣਗੁਣਾਉਂਦੇ ਰਹੇ ਹੋ ਗਾਣੇ ਤੁਸੀਂ? ਨਹੀਂ, ਅਸੀਂ ਘਰੇ ਘੁਰੇ ਕਦੇ ਕਦੇ ਗੁਣਗੁਣਾ ਲੈਂਦੇ ਹਾਂ ਛੋਟਾ ਮੋਟਾ, ਲੇਕਿਨ ਉਹ ਤਾਂ ਪੁਰਾਣਾ ਸੌਂਗ ਹੈ। ਪਿਛਲੀ ਵਾਰ ਜਦੋਂ ਮੈਂ ਲੜਿਆ ਸੀ ਉਦੋਂ ਤਿਆਰ ਕਰਾਇਆ ਸੀ ਤੇ ਕਾਫੀ ਫੇਮਸ ਹੋਇਆ ਸੀ, ਲੋਕਾਂ ਨੇ ਆਪਦੀਆਂ ਰਿੰਗ ਟਿਊਨਸ ਵਗੈਰਾ। ਔਰ ਹੁਣ ਵੀ ਜਿੱਥੇ ਜਾਣਾ ਲੋਕ ਉਹਨੂੰ ਵਜਾ ਦਿੰਦੇ ਹੈ। ਮੇਰੇ ਦੋਸਤ ਆਏ ਸੀ ਹੈਦਰਾਬਾਦ ਤੋਂ, ਤਾਂ ਇੱਕ ਦਿਨ ਮੈਨੂੰ ਉੱਥੋਂ ਫੋਨ ਆਇਆ ਕਿ ਅਸੀਂ ਕਲੱਬ ਦੇ ਵਿੱਚ ਤੇਰਾ ਗਾਣਾ ਵਜਾ ਰਹੇ ਹਾਂ।
ਦੇ ਡੋਂਟ ਨੋ ਪੰਜਾਬੀ, ਉੱਥੇ ਪਤਾ ਨਹੀਂ ਲੱਗ ਰਿਹਾ ਪੰਜਾਬੀ, ਲੇਕਿਨ ਮਿਊਜ਼ਿਕ ਦੇ ਹਿਸਾਬ ਨਾਲ ਹੀ ਨੱਚ ਰਹੇ ਸਨ। ਸੋ ਤਾਂ ਮੈਂ ਉਹ ਗਾਣੇ ਦੀ ਗੱਲ ਕਰ ਰਿਹਾ ਸੀ, ਪੁਰਾਣੇ ਦੀ। ਗਾਣਾ ਸਾਡੇ ਦਰਸ਼ਕਾਂ ਨੂੰ ਵੀ ਸੁਣਾ ਦਿਓ ਜਿਹੜਾ ਪਿਛਲੇ ਦਿਨੀ ਬੇਟੀ ਲਈ ਗੁੰਗਣਾਇਆ ਸੀ, ਜਿਹੜੀ ਬੇਟੀ ਨੇ ਫਰਮਾਇਸ਼ ਕੀਤੀ ਸੀ। ਕਿੱਥੇ? ਬੇਟੀ ਲਈ ਗਾਣਾ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਬੇਟੀ ਲਈ ਆ ਗਾਣਾ ਗਾਉਣਾ। ਉਹ ਤਾਂ ਮੈਂ ਗਾਇਆ ਸੀ ਕਿ ਜਿਹੜਾ ਗੁਰਦਾਸ ਮਾਨ ਜੀ ਦਾ ਗਾਣਾ ਹੈ। ਆਸਮਾਨ ਹੋਣਾ ਨਾਲ ਪਿਆਰ ਵੀ ਬਹੁਤ ਹੈ ਤੁਹਾਡਾ। ਹਾਂ, ਬਹੁਤ ਪਿਆਰ ਹੈ। ਉਹ ਮੈਂ ਗਾਇਆ ਸੀ, ਕੁੜੀਏ ਕਿਸਮਤ ਪੁੜੀਏ। ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਐ ਧੀਏ, ਸਹੁਰੇ ਘਰ ਵਿੱਚ ਕਹਿਣ ਬਗਾਨੀ ਜਾਈ ਐ ਧੀਰੇ। ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਸਵਾਲ, ਕਿਹੜੀਆਂ ਚੀਜ਼ਾਂ ਦਾ ਮਲਾਲ ਰਹਿ ਗਿਆ ਰਾਜਾ ਵੜਿੰਗ ਹੋਣਾ ਨੂੰ ਵੀ ਆਹ ਕੰਮ ਹੋਣੇ ਚਾਹੀਦੇ ਸੀ ਔਰ ਟਰਾਂਸਪੋਰਟ ਮਿਨਿਸਟਰ ਰਾਜਾ ਵੜਿੰਗ ਨਹੀਂ ਕਰ ਸਕੇ? ਮਲਾਲ ਕਿਸੇ ਗੱਲ ਦਾ ਨਹੀਂ ਹੈ ਯਾਰ, ਕੋਈ ਮਲਾਲ ਨਹੀਂ ਹੈ ਮੈਨੂੰ। ਮਲਾਲ ਇਹ ਹੈ ਕਦੇ ਕਦੇ ਮੈਂ ਆਪਦੇ ਪਰਿਵਾਰ ਨੂੰ ਮਿਸ ਕਰਦਾ ਕਿ ਮੇਰੇ ਬੱਚਿਆਂ ਦੇ ਬਚਪਨ ਗੁਜ਼ਰਦਾ ਜਾ ਰਿਹਾ, ਵੱਡੇ ਹੋ ਰਹੇ ਹੈ ਅਤੇ ਮੈਂ ਉਹਨਾਂ ਨੂੰ ਸਮਾਂ ਨਹੀਂ ਦੇ ਪਾ ਰਿਹਾ। ਕਦੇ ਕਦੇ ਉਹਨਾਂ ਨਾਲ ਸੌਣ ਦਾ ਜੀ ਕਰਦਾ ਜੱਫੀ ਪਾ ਕੇ, ਉਹ ਇੱਕ ਮਲਾਲ ਹੈ ਮੈਨੂੰ। ਹੋਰ ਮੈਨੂੰ ਆਪਦੀ ਜ਼ਿੰਦਗੀ 'ਚ ਕੋਈ ਮਲਾਲ ਨਹੀਂ ਹੈ। ਜਾਂ ਇੱਕ ਕਦੇ ਕਦੇ ਇਹ ਮਹਿਸੂਸ ਕਰਦਾ ਵੀ ਮੇਰੀ ਮਾਂ ਜਿਉਂਦੀ ਹੁੰਦੀ, ਮੇਰਾ ਬਾਪ ਜਿਉਂਦਾ ਹੁੰਦਾ, ਉਹ ਵੇਖਦੇ ਕਿ ਸਾਡਾ ਪੁੱਤ ਕਿੱਥੋਂ ਤੱਕ ਪਹੁੰਚ ਗਿਆ। ਬਸ ਇਹ ਛੋਟੇ ਛੋਟੇ ਜ਼ਿੰਦਗੀ ਦੇ ਮਲਾਲ ਹੈ, ਅਦਰਵਾਈਜ਼ ਹੋਰ ਕੋਈ ਮਲਾਲ ਨਹੀਂ ਹੈ ਕਿ ਅਹੁਦਾ ਨਹੀਂ ਮਿਲਿਆ, 2.5 ਮਹੀਨੇ ਵਾਸਤੇ ਬਣਿਆ, ਮੰਤਰੀ ਪਹਿਲਾਂ ਬਣਨਾ ਚਾਹੀਦਾ ਸੀ, ਹੁਣ ਦੁਬਾਰੇ ਬਣ ਜਾ। ਕੋਈ ਮਲਾਲ ਨਹੀਂ ਹੈ। ਮੇਰਾ ਕੰਮ ਹੈ ਮਿਹਨਤ ਕਰਨਾ, ਫਲ ਦੇਣਾ ਪਰਮਾਤਮਾ ਦਾ ਕੰਮ ਹੈ। ਆ ਛੋਟੇ ਛੋਟੇ ਮਲਾਲ ਹੈ, ਰੱਬ ਨਾਲ ਕਦੇ ਕਦੇ ਮਾੜੇ ਮਾੜੇ ਗਿਲੇ ਕਰ ਲਈਦੇ, ਬਸ ਹੋਰ ਕੁਛ ਨਹੀਂ। ਬੜਾ ਕੁਛ ਰੱਬ ਨੇ ਦਿੱਤਾ ਹੈ, ਜਨਤਾ ਨੇ ਬੜਾ ਕੁਛ ਦਿੱਤਾ ਹੈ। ਬਹੁਤ ਧੰਨਵਾਦ ਰਾਜਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ। ਸੋ ਅਮਰਿੰਦਰ ਸਿੰਘ ਰਾਜਾ ਵੜਿੰਗ, ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਔਰ ਰਾਜਾ ਵੜਿੰਗ ਕਹਿੰਦੇ ਕਿ ਛੋਟੀਆਂ ਛੋਟੀਆਂ ਗੱਲਾਂ ਦਾ ਮਲਾਲ ਹੈਗਾ, ਪਰ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੰਮ ਦੇਖਣ ਨੂੰ ਮਿਲਣਗੇ। ਅਤੇ ਨਾਲ ਹੀ ਕਹਿੰਦੇ ਕਿ ਜ਼ੋਰ ਸਾਰੇ ਬਾਦਲਾਂ ਦਾ ਲੱਗਿਆ ਹੋਇਆ ਹੈ ਰਾਜਾ ਵੜਿੰਗ ਨੂੰ ਹਰਾਉਣ ਵਾਸਤੇ, ਪਰ ਰਾਜਾ ਵੜਿੰਗ ਲੱਗੇ ਹੋਏ ਨੇ, ਇਹਨਾਂ ਦਾ ਪੂਰਾ ਪਰਿਵਾਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸਮਾਂ ਦਿਨ ਘਟਦੇ ਜਾ ਰਹੇ ਹੈ, ਸਮਾਂ ਥੋੜ੍ਹਾ ਰਹਿ ਰਿਹਾ, ਲੋਕਾਂ ਦੇ ਵਿੱਚ ਜਾ ਵੀ ਰਹੇ ਨੇ ਔਰ ਲੋਕ ਕਹਿੰਦੇ ਰਿਸਪੌਂਸ ਵੀ ਦੇ ਰਹੇ ਨੇ ਰਾਜਾ ਵੜਿੰਗ ਹੁਣਾਂ ਨੂੰ। ਪਰ ਦੇਖਣਾ ਇਹ ਹੈ ਕਿ ਦਿਨ ਥੋੜ੍ਹੇ ਰਹਿ ਗਏ ਹੈ, ਜਿਸ ਦਿਨ ਵੋਟਿੰਗ ਹੋਏਗੀ ਲੋਕ ਕਿਹਦੇ ਹੱਕ ਦੇ ਵਿੱਚ ਭੁਗਤਣਗੇ, ਇਹ ਦੇਖਣਾ ਹੋਏਗਾ। ਕੈਮਰਾ ਪਰਸਨ ਵਿੱਕੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਗਿੱਦੜਬਾਹਾ।